ਹੈਲੋ ਡੀਅਰ ਸਟੂਡੈਂਟਸ, ਅੱਜ ਆਪਣਾ ਇੱਕ ਹੋਰ ਨਵਾਂ ਟੌਪਿਕ ਲੈ ਕੇ ਅੱਜ ਆਪਾਂ ਸ਼ੁਰੂ ਕਰਦੇ ਹਾਂ। ਪੰਜਾਬੀ ਸਾਹਿਤ ਦੇ ਸੰਖੇਪ ਇਤਿਹਾਸ ਦੇ ਵਿੱਚ ਪੰਜਾਬੀ ਨਿੱਕੀ ਕਹਾਣੀ ਦਾ ਇਤਿਹਾਸ ਸ਼ੁਰੂ ਕਰਦੇ ਹਾਂ। ਪੰਜਾਬੀ ਨਿੱਕੀ ਕਹਾਣੀ। ਨਿੱਕੀ ਕਹਾਣੀ ਦੇ ਜਨਮ ਅਤੇ ਵਿਕਾਸ ਬਾਰੇ ਆਪਾਂ ਚਰਚਾ ਕਰਾਂਗੇ। ਨਿੱਕੀ ਕਹਾਣੀ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਸਾਹਿਤ ਰੂਪ ਹੈ। ਇਸ ਦਾ ਜਨਮ ਮਨੁੱਖ ਦੇ ਜਨਮ ਦੇ ਨਾਲ ਹੀ ਹੁੰਦਾ ਹੈ। ਆਧੁਨਿਕ ਪੰਜਾਬੀ ਕਹਾਣੀ ਹੁਣ ਦੇ ਸਮੇਂ ਵਿੱਚ ਹਰ ਭਾਸ਼ਾ ਦੇ ਸਾਹਿਤ ਅੰਦਰ ਪ੍ਰਤੀਨਿਧੀ ਸਾਹਿਤ ਰੂਪ ਵਜੋਂ ਮਾਨਤਾ ਪ੍ਰਾਪਤ ਕਰ ਚੁੱਕੀ ਹੈ। ਨਿੱਕੀ ਕਹਾਣੀ ਦੀ ਲੋਕਪ੍ਰਿਯਤਾ ਦਾ ਮੁੱਖ ਕਾਰਨ ਸਮਾਜ ਧਰਮੀ ਸਰੂਪ ਹੈ। ਪੰਜਾਬੀ ਸਾਹਿਤ ਵਿੱਚ ਨਿੱਕੀ ਕਹਾਣੀ ਦਾ ਰਚਨਾ ਦਾ ਆਰੰਭ 20ਵੀਂ ਸਦੀ ਦੇ ਸ਼ੁਰੂ ਹੋਣ ਦੇ ਨਾਲ ਮੰਨਿਆ ਜਾਂਦਾ ਹੈ। ਭਾਵੇਂ ਇਸ ਨੂੰ ਪੱਛਮੀ ਸਾਹਿਤ ਦੇ ਸੰਪਰਕ ਨਾਲ ਹੋਂਦ 'ਚ ਆਇਆ ਮੰਨਿਆ ਜਾਂਦਾ ਹੈ। ਈਸਾਈ ਮਿਸ਼ਨਰੀਆਂ ਦੇ ਵਿਰੋਧ ਵਿੱਚ ਇਸ ਵਿੱਚ ਬਹੁਤ ਸਾਰੀਆਂ ਦੇਸੀ, ਸਮਾਜਕ ਅਤੇ ਧਾਰਮਿਕ ਲਹਿਰਾਂ ਚੱਲੀਆਂ, ਜਿਸ ਕਾਰਨ ਭਾਈ ਵੀਰ ਸਿੰਘ ਨੇ ਕੁਝ ਟਰੈਕਟ ਆਦਿ ਲਿਖੇ ਜੋ ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦਾ ਮੁੱਢਲਾ ਰੂਪ ਮੰਨੇ ਜਾਂਦੇ ਹਨ। ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦੇ ਹੇਠ ਲਿਖੇ ਪੜਾਅ ਮੰਨੇ ਜਾਂਦੇ ਹਨ। ਪਹਿਲਾ ਪੜਾਅ ਜਾਂ ਮੁੱਢਲਾ ਪੜਾਅ ਜਾਂ ਪਹਿਲਾ ਦੌਰ ਕਹਿ ਲਓ ਸੀਗਾ ਯਥਾਰਥਵਾਦੀ। ਇਹਦੇ ਪਹਿਲੇ ਕਵੀ ਹਨ ਭਾਈ ਮੋਹਨ ਸਿੰਘ ਵੈਦ। ਭਾਈ ਮੋਹਨ ਸਿੰਘ ਵੈਦ ਦੀਆਂ ਕਹਾਣੀਆਂ ਸੁਧਾਰਵਾਦੀ ਅਤੇ ਸਾਮਵਾਦੀ ਹਨ। ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਸਿਆਣੀ ਮਾਤਾ, ਹੀਰੇ ਦੀਆਂ ਕਣੀਆਂ ਅਤੇ ਰੰਗ ਬਿਰੰਗੇ ਫੁੱਲ ਆਦਿ ਹਨ। ਦੂਜਾ ਹੈ ਚਰਨ ਸਿੰਘ ਸ਼ਹੀਦ। ਚਰਨ ਸਿੰਘ ਸ਼ਹੀਦ ਨੇ ਸਮਾਜ ਸੁਧਾਰ ਦੇ ਉਪਦੇਸ਼ ਨੂੰ ਮੁੱਖ ਰੱਖ ਕੇ ਕਹਾਣੀਆਂ ਲਿਖੀਆਂ ਹਨ। ਉਸਨੇ ਇੱਕੋ ਇੱਕ ਕਹਾਣੀ ਸੰਗ੍ਰਹਿ ਹੱਸਦੇ ਹੰਝੂ ਲਿਖਿਆ ਜੋ ਹਾਸ ਰਸ ਨਾਲ ਭਰਪੂਰ ਹੈ। ਤੀਜਾ ਹੈ ਨਾਨਕ ਸਿੰਘ। ਨਾਨਕ ਸਿੰਘ ਭਾਵੇਂ ਮੂਲ ਰੂਪ ਵਿੱਚ ਨਾਵਲਕਾਰ ਹੈ, ਪਰ ਕਹਾਣੀਕਾਰ ਦੇ ਤੌਰ 'ਤੇ ਵੀ ਉਸਨੇ ਆਪਣੀਆਂ ਕਹਾਣੀਆਂ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ ਹੈ। ਉਸਨੇ ਆਪਣੀਆਂ ਕਹਾਣੀਆਂ ਵਿੱਚ ਹੇਠਲੇ ਵਰਗ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ। ਉਸਨੇ ਸੱਧਰਾਂ ਦੇ ਹਾਰ, ਮਿੱਧੇ ਹੋਏ ਫੁੱਲ, ਠੰਡੀਆਂ ਛਾਵਾਂ ਆਦਿ ਕਹਾਣੀ ਸੰਗ੍ਰਹਿ ਲਿਖੇ ਹਨ। ਗੁਰਬਖਸ਼ ਸਿੰਘ ਪ੍ਰੀਤਲੜੀ ਇਹ ਸਹਿਜ ਪ੍ਰੀਤ ਦੀਆਂ ਕਹਾਣੀਆਂ ਨੂੰ
ਪੇਸ਼ ਕਰਨ ਵਾਲਾ ਕਹਾਣੀਕਾਰ ਹੈ। ਇਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਭਾਬੀ ਮੈਨਾ, ਪ੍ਰੀਤ ਕਹਾਣੀਆਂ ਅਤੇ ਪ੍ਰੀਤਾਂ ਦੇ ਪਹਿਰੇਦਾਰ ਆਦਿ ਪ੍ਰਮੁੱਖ ਹਨ। ਉਪਰੋਕਤ ਕਹਾਣੀਕਾਰਾਂ ਤੋਂ ਬਿਨਾਂ ਹੀਰਾ ਸਿੰਘ ਦਰਦ, ਗੁਰਮੁਖ ਸਿੰਘ ਮੁਸਾਫਿਰ ਅਤੇ ਲਾਲ ਸਿੰਘ ਕਮਲਾ ਅਕਾਲੀ ਆਦਿ ਨਾਂ ਵਰਣਨਯੋਗ ਹਨ। ਇਹ ਸੀ ਆਪਣੇ ਨਿੱਕੀ ਕਹਾਣੀ ਦਾ ਮੁੱਢਲੇ ਦੌਰ ਦੇ ਪਹਿਲੇ ਦੌਰ ਦੇ ਕੁਝ ਕਵੀ, ਜਿਨ੍ਹਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਆਪਣੇ ਸਮੇਂ ਦੇ ਵਿੱਚ ਨਿੱਕੀ ਕਹਾਣੀ ਦੇ ਇਤਿਹਾਸ ਦੇ ਵਿੱਚ ਯੋਗਦਾਨ ਪਾਇਆ। ਹੁਣ ਹੈ ਦੂਜਾ ਦੌਰ, ਪ੍ਰਗਤੀਵਾਦੀ। ਯਥਾਰਥਵਾਦੀ ਪਹਿਲੇ ਕਵੀ ਹਨ ਸੰਤ ਸਿੰਘ ਸੇਖੋਂ। ਸੰਤ ਸਿੰਘ ਸੇਖੋਂ ਮਾਰਕਸਵਾਦੀ ਪ੍ਰਗਤੀਵਾਦੀ ਕਹਾਣੀਕਾਰ ਹੈ। ਉਸਨੇ ਕਿਸਾਨਾਂ, ਮਜ਼ਦੂਰਾਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਆਧਾਰ ਬਣਾ ਕੇ ਕਹਾਣੀਆਂ ਲਿਖੀਆਂ। ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਸਮਾਚਾਰ, ਕਾਮੇ ਤੇ ਯੋਧੇ, ਤੀਜਾ ਪਹਿਰ, ਅੱਧੀ ਵਾਟ ਅਤੇ ਸਿਆਣਪਾਂ ਆਦਿ ਹਨ। ਦੂਜੇ ਹਨ ਸੁਜਾਨ ਸਿੰਘ। ਦੂਜੇ ਦੌਰ ਦੇ ਦੂਜੇ ਕਵੀ ਹਨ ਸੁਜਾਨ ਸਿੰਘ। ਸੁਜਾਨ ਸਿੰਘ ਵੀ ਸੰਤ ਸਿੰਘ ਸੇਖੋਂ ਵਾਂਗ ਹੀ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਭਾਵ ਕਬੂਲਦਾ ਹੈ। ਉਸ ਦੀਆਂ ਕਹਾਣੀਆਂ ਵਿੱਚ ਤਿੰਨ ਤਰ੍ਹਾਂ ਦੇ ਪਾਤਰ ਪੇਸ਼ ਹੁੰਦੇ ਹਨ। ਇੱਕ ਤਾਂ ਉਹ ਜੋ ਗਰੀਬ ਤੇ ਹਾਰੇ ਹੋਏ ਹਨ ਅਤੇ ਉਹਨਾਂ ਦਾ ਨਿਰੰਤਰ ਸ਼ੋਸ਼ਣ ਹੁੰਦਾ ਰਹਿੰਦਾ ਹੈ। ਦੂਜੇ ਸੱਤਾਧਾਰੀ ਤੇ ਪੂੰਜੀਪਤੀ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਆਮ ਲੋਕਾਂ ਦਾ ਸ਼ੋਸ਼ਣ ਕਰਦੇ ਹਨ। ਤੀਜੇ ਪਾਤਰ ਉਹ ਹਨ ਜੋ ਪੂੰਜੀਪਤੀ ਵਰਗ ਦੇ ਸ਼ੋਸ਼ਣ ਪ੍ਰਤੀ ਵਿਦਰੋਹ ਕਰਦੇ ਹਨ। ਉਹਨਾਂ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਦੁੱਖ ਸੁੱਖ ਤੋਂ ਪਿੱਛੋਂ, ਸਭ ਰੰਗ, ਨਰਕਾਂ ਦੇ ਦੇਵਤੇ, ਨਵਾਂ ਰੰਗ, ਸਵਾਲ ਜਵਾਬ ਅਤੇ ਵੱਡੇ ਦੀਆਂ ਵਡਿਆਈਆਂ ਆਦਿ ਹਨ। ਕਰਤਾਰ ਸਿੰਘ ਦੁੱਗਲ ਨੇ ਸਭ ਤੋਂ ਵੱਧ ਕਹਾਣੀਆਂ ਲਿਖੀਆਂ ਹਨ। ਉਸ ਦੀਆਂ ਕਹਾਣੀਆਂ ਗਿਣਾਤਮਕ ਪੱਖੋਂ ਹੀ ਨਹੀਂ ਸਗੋਂ ਗੁਣਾਤਮਕ ਪੱਖੋਂ ਵੀ ਬਹੁਤ ਮਹੱਤਵ ਰੱਖਦੀਆਂ ਹਨ। ਉਸ ਦੀਆਂ ਕਹਾਣੀਆਂ ਵਿੱਚ ਫਰਾਇਡ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ।
ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਪਿੱਪਲ ਪੱਤਿਆਂ, ਕੁੜੀ ਕਹਾਣੀ ਕਰਦੀ ਗਈ, ਡੰਗਰ, ਨਵਾਂ ਆਦਮੀ, ਕਰਾਮਾਤ ਅਤੇ ਫੁੱਲ ਤੋੜਨਾ ਮਨ੍ਹਾ ਹੈ ਆਦਿ ਹਨ। ਚੌਥੇ ਕਵੀ ਹਨ ਕੁਲਵੰਤ ਸਿੰਘ ਵਿਰਕ। ਇਸ ਨੇ ਪੇਂਡੂ ਅਤੇ ਸ਼ਹਿਰੀ ਜੀਵਨ ਦੀਆਂ ਸਮੱਸਿਆਵਾਂ ਨੂੰ ਬੌਧਿਕ ਅਤੇ ਮਨੋਵਿਗਿਆਨਿਕ ਡੂੰਘਾਈ ਨਾਲ ਪੇਸ਼ ਕੀਤਾ ਹੈ। ਇਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਤੂੜੀ ਦੀ ਪੰਡ, ਧਰਤੀ ਤੇ ਆਕਾਸ਼, ਦੁੱਧ ਦਾ ਛੱਪੜ, ਨਵੇਂ ਲੋਕ ਅਤੇ ਆਤਿਸ਼ਬਾਜ਼ੀ ਆਦਿ ਪ੍ਰਮੁੱਖ ਹਨ। ਪੰਜਵੇਂ ਹਨ ਸੰਤੋਖ ਸਿੰਘ ਧੀਰ। ਸੰਤੋਖ ਸਿੰਘ ਧੀਰ ਵੀ ਪੰਜਾਬੀ ਦਾ ਪ੍ਰਸਿੱਧ ਕਹਾਣੀਕਾਰ ਹੈ। ਇਸ ਨੇ ਕੁਝ ਕਹਾਣੀਆਂ ਪੰਜਾਬੀ ਸੰਕਟ ਸੰਬੰਧੀ ਲਿਖੀਆਂ। ਇਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਸਿੱਟਿਆਂ ਦੀ ਛਾਂ, ਸਾਂਝੀ ਕੰਧ, ਸ਼ਰਾਬ ਦਾ ਗਿਲਾਸ, ਊਸ਼ਾ ਭੈਣ ਜੀ ਚੁੱਪ ਸਨ ਆਦਿ ਹਨ। ਇਸ ਦੌਰ ਦੇ ਵਿੱਚ ਕੁਝ ਇਸਤਰੀ ਕਹਾਣੀਕਾਰਾਂ ਦੇ ਨਾਂ ਵੀ ਹਨ, ਜੋ ਇਸ ਤਰ੍ਹਾਂ ਹਨ। ਅੰਮ੍ਰਿਤਾ ਪ੍ਰੀਤਮ। ਅੰਮ੍ਰਿਤਾ ਪ੍ਰੀਤਮ ਨੇ ਕਵਿਤਾ ਦੇ ਨਾਲ ਨਾਲ ਪੰਜਾਬੀ ਕਹਾਣੀਆਂ ਵੀ ਲਿਖੀਆਂ, ਜਿਨ੍ਹਾਂ 'ਤੇ ਕਵਿਤਾ ਸ਼ੈਲੀ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ 26 ਵਰ੍ਹੇ ਬਾਅਦ, ਕੂੰਜੀਆਂ, ਆਖਰੀ ਖੱਤ, ਜੰਗਲੀ ਬੂਟੀ ਅਤੇ ਅਜਨਬੀ ਆਦਿ ਹਨ। ਦਲੀਪ ਕੌਰ ਟਿਵਾਣਾ। ਦਲੀਪ ਕੌਰ ਟਿਵਾਣਾ ਨੇ ਨਾਵਲ ਦੇ ਖੇਤਰ 'ਚ ਭਾਵੇਂ ਬਹੁਤ ਪ੍ਰਸਿੱਧੀ ਹਾਸਲ ਕੀਤੀ ਹੈ, ਪਰ ਇਹ ਬਹੁਤ ਸਾਰੀਆਂ ਸਫਲ ਕਹਾਣੀਆਂ ਵੀ ਲਿਖ ਚੁੱਕੀ ਹੈ। ਇਸ ਦੀਆਂ ਕਹਾਣੀਆਂ ਦਾ ਮੁੱਖ ਵਿਸ਼ਾ ਸੰਕਟਾਂ ਦੀ ਮਾਰ ਵਿੱਚ ਆਈ ਔਰਤ ਹੈ। ਇਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਤੂੰ ਭਰੀ ਹੁੰਗਾਰਾ, ਯਾਤਰਾ, ਪੈੜ ਚਾਲ, ਕਿਸੇ ਦੀ ਧੀ ਅਤੇ ਅਗਨੀ ਪ੍ਰੀਖਿਆ ਆਦਿ ਪ੍ਰਮੁੱਖ ਹਨ। ਉਪਰੋਕਤ ਕਹਾਣੀਕਾਰਾਂ ਤੋਂ ਬਿਨਾਂ ਇਸ ਦੌਰ ਵਿੱਚ ਨਵਤੇਜ ਸਿੰਘ, ਗੁਰਦਿਆਲ ਸਿੰਘ, ਪ੍ਰਭਜੋਤ ਕੌਰ, ਜਸਵੰਤ ਸਿੰਘ ਕੰਵਲ ਅਤੇ ਬਲਵੰਤ ਗਾਰਗੀ ਆਦਿ ਨਾਮ ਵਰਣਨਯੋਗ ਹਨ। ਹੁਣ ਹੈ ਤੀਜਾ ਦੌਰ, ਆਧੁਨਿਕਤਾਵਾਦੀ। ਰਾਮ ਸਰੂਪ ਅਣਖੀ। ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਪੇਂਡੂ ਮਾਹੌਲ ਨੂੰ ਚਿੱਤਰਦੀਆਂ ਹਨ। ਇਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਟੀਸੀ ਦਾ ਬੇਰ, ਖਾਰਾ ਦੁੱਧ, ਕੰਧ ਵਿੱਚ ਉੱਗਿਆ ਦਰਖਤ, ਸਵਾਲ ਦਰ ਸਵਾਲ ਅਤੇ ਹੱਡੀਆਂ ਆਦਿ ਹਨ। ਗੁਲਜ਼ਾਰ ਸਿੰਘ ਸੰਧੂ। ਗੁਲਜ਼ਾਰ ਸਿੰਘ ਸੰਧੂ ਦੀਆਂ ਬਹੁਤੀਆਂ ਕਹਾਣੀਆਂ ਕਿਸਾਨੀ ਜੀਵਨ
ਅਤੇ ਸ਼ਹਿਰੀ ਮੱਧ ਵਰਗ ਨਾਲ ਸੰਬੰਧਿਤ ਹਨ। ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਸੋਨੇ ਦੀ ਇੱਟ, ਇੱਕ ਸਾਂਝ ਪੁਰਾਣੀ ਅਤੇ ਅਮਰ ਕਥਾ ਆਦਿ ਹਨ। ਮੋਹਨ ਭੰਡਾਰੀ ਨੇ ਬਹੁਤ ਛੋਟੀ ਉਮਰ ਵਿੱਚ ਸਾਹਿਤ ਲਿਖਣਾ ਸ਼ੁਰੂ ਕੀਤਾ। ਇਸ ਨੇ ਆਪਣੀਆਂ ਕਹਾਣੀਆਂ 'ਚ ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਪੇਸ਼ ਕੀਤਾ। ਇਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਤਿਲਚੋਲੀ, ਮਨੁੱਖ ਦੀ ਪੈੜ, ਕਾਠ ਦੀ ਲੱਤ ਅਤੇ ਮੂਲ ਦੀ ਅੱਖ ਆਦਿ ਹਨ। ਅਜੀਤ ਕੌਰ ਨੇ ਗਿਣਾਤਮਕ ਪੱਖ ਤੋਂ ਸਾਰੀਆਂ ਇਸਤਰੀ ਕਹਾਣੀਕਾਰਾਂ ਤੋਂ ਵੱਧ ਕਹਾਣੀਆਂ ਲਿਖੀਆਂ ਹਨ। ਉਸ ਦੀਆਂ ਕਹਾਣੀਆਂ ਵਿੱਚ ਸਮੇਂ ਦੇ ਨਾਲ ਨਾਲ ਔਰਤਾਂ ਵਿੱਚ ਆਉਂਦੇ ਬਦਲਾਅ ਨੂੰ ਪੇਸ਼ ਕੀਤਾ ਗਿਆ ਹੈ। ਉਸ ਦੀਆਂ ਕਹਾਣੀਆਂ ਵਿੱਚ ਪੁਰਾਣੀ ਪਰੰਪਰਾ ਤੋਂ ਖਹਿੜਾ ਛੁਡਾਉਣ ਲਈ ਯਤਨਸ਼ੀਲ ਔਰਤ ਦਾ ਦੁਖਾਂਤ ਪੇਸ਼ ਕੀਤਾ ਹੈ। ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਗੁਲਬਾਨੋ, ਮੌਤ ਅਲੀ ਬਾਬੇ ਦੀ, ਨਾ ਮਾਰੋ ਅਤੇ ਫਾਲਤੂ ਔਰਤ ਆਦਿ ਹਨ। ਇਸ ਦੌਰ ਦੇ ਚਰਚਿਤ ਕਹਾਣੀਕਾਰਾਂ ਵਿੱਚ ਜਸਬੀਰ ਭੁੱਲਰ, ਗੁਰਦੇਵ ਰੁਪਾਣਾ, ਬਲਦੇਵ ਸਿੰਘ ਨਾਮ ਵਰਣਨਯੋਗ ਹਨ। ਪੰਜਾਬੀ ਕਹਾਣੀ ਦੇ ਇਸ ਪੜਾਅ ਦੇ ਪਹੁੰਚ ਕੇ ਇਸਤਰੀ ਕਹਾਣੀਕਾਰਾਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ। ਇਹਨਾਂ ਲੇਖਕਾਵਾਂ ਵਿੱਚ ਸੁਖਵੰਤ ਕੌਰ ਮਾਨ, ਬਲਜੀਤ ਕੌਰ ਬੱਲੀ, ਬਲਵਿੰਦਰ ਕੌਰ ਬਰਾੜ ਆਦਿ ਪ੍ਰਸਿੱਧ ਹਨ। ਪ੍ਰਵਾਸੀ ਪੰਜਾਬੀ ਕਹਾਣੀਕਾਰ ਕਈ ਵਿਦੇਸ਼ਾਂ ਵਿੱਚ ਬਰਤਾਨੀਆ, ਕਨੇਡਾ, ਅਮਰੀਕਾ, ਆਸਟ੍ਰੇਲੀਆ, ਯੂਰਪ ਆਦਿ ਵਿੱਚ ਲਿਖੀ ਜਾ ਰਹੀ ਹੈ। ਇੱਥੇ ਹੀ ਪੰਜਾਬੀ ਕਹਾਣੀ ਵਿੱਚ ਭੂ-ਰੇਵਾਦ, ਨਕਸਲਵਾਦ ਆਦਿ ਵਿਸ਼ਿਆਂ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਪ੍ਰਵਾਸੀ ਕਹਾਣੀਕਾਰ ਵਿੱਚ ਦਰਸ਼ਨ ਧੀਰ ਦੇ ਕਹਾਣੀਆਂ ਹਨ। ਮਰਦਾ ਸੱਚ, ਡਰਿਆ ਮਨੁੱਖ ਅਤੇ ਸ਼ੀਸ਼ੇ ਦੇ ਟੁਕੜੇ। ਰਵਿੰਦਰ ਰਵੀ ਦੇ ਕਹਾਣੀਆਂ ਹਨ। ਜੁਰਮ ਦੇ ਪਾਤਰ, ਮੈਲਾ ਪੁਸਤਕ ਆਦਿ। ਸਵਰਨ ਚੰਦਨ, ਪੁੰਨ ਦਾ ਸਾਖ, ਖਾਲੀ ਪਲਾਂ ਦੀ ਸਾਂਝ। ਜਰਨੈਲ ਸਿੰਘ ਦੇ ਮੈਨੂੰ ਕੀ, ਸਮੇਂ ਦਾ ਹਾਣੀ ਆਦਿ। ਹਰਜੀਤ ਅਟਵਾਲ, ਕਾਲਾ ਲਹੂ, ਸੱਪਾਂ ਦਾ ਘਰ ਆਦਿ। ਸਾਧੂ ਬਿਨਿੰਗ, ਅਮਨਪਾਲ ਸਾਰਾ ਇਹ ਕਹਾਣੀਕਾਰਾਂ ਨੇ ਵੀ ਬਹੁਤ ਰਚਨਾਵਾਂ ਲਿਖੀਆਂ ਹਨ। ਪ੍ਰਵਾਸੀ ਪੰਜਾਬੀ ਨੂੰ ਲਿਖਣ ਵਾਲੀਆਂ ਬਹੁਤ ਸਾਰੀਆਂ ਇਸਤਰੀ ਕਹਾਣੀਕਾਰਾਂ ਵੀ ਹਨ, ਜਿਨ੍ਹਾਂ ਵਿੱਚ ਵੀਣਾ ਵਰਮਾ, ਮੁੱਲ ਦੀ ਤੀਵੀਂ ਤੇ ਫਿਰੰਗੀਆਂ ਦੀ ਨੂੰਹ, ਸੁਸ਼ੀਲ ਕੌਰ, ਦੇਖਿਆ ਕੁਝ ਬੀਤਿਆ
ਮਨਜੀਤ ਕੌਰ ਸੇਖੋਂ, ਰਿਸ਼ਤਿਆਂ ਦੇ ਜ਼ਖਮ ਆਦਿ ਨਾਂ ਵਰਣਨਯੋਗ ਹਨ। ਪਾਕਿਸਤਾਨੀ ਪੰਜਾਬੀ ਕਹਾਣੀ। ਪਾਕਿਸਤਾਨੀ ਪੰਜਾਬ ਵਿੱਚ ਪਿਛਲੇ 50 ਸਾਲਾਂ ਤੋਂ ਕਹਾਣੀ ਲਿਖੀ ਜਾ ਰਹੀ ਹੈ। ਇੱਥੇ ਪੰਜਾਬੀ ਵਿੱਚ ਕਹਾਣੀ ਲਿਖਣ ਵਾਲੇ ਬਹੁਤ ਸਾਰੇ ਲੇਖਕ ਹਨ, ਪਰ ਸਾਡੀ ਮੁੱਖ ਧਾਰਾ ਦੀ ਪੰਜਾਬੀ ਕਹਾਣੀ ਦੇ ਪੱਧਰ ਦੀ ਕਹਾਣੀ ਲਿਖਣ ਵਾਲੇ ਸਿਰਫ 6-7 ਕਹਾਣੀਕਾਰ ਹੀ ਹਨ। ਇਹਨਾਂ ਲੇਖਕਾਂ ਅਤੇ ਦੂਸਰੇ ਕਹਾਣੀਕਾਰਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ। ਅਫਜ਼ਲ ਅਹਿਮਦ ਰੰਧਾਵਾ, ਰਨ, ਤਲਵਾਰ ਤੇ ਘੋੜਾ, ਮਨਸਾ ਯਾਦ ਤੇ ਅਨਵਰ ਅਲੀ, ਕਾਲੀਆਂ ਇੱਟਾਂ, ਕਾਲੇ ਰੋਡ ਤੇ ਨੂਰੀ, ਹਨੀਫ ਚੌਧਰੀ, ਕੱਚ ਦੀ ਗੁੱਡੀ, ਦੂਜਾ ਬਟਵਾਰਾ ਆਦਿ ਨਾਮ ਵਰਣਨਯੋਗ ਹਨ। ਫਿਰ ਆਉਂਦਾ ਚੌਥਾ ਦੌਰ। ਇਸ ਦੌਰ ਦੇ ਵਿੱਚ ਕਹਾਣੀਕਾਰਾਂ ਅਤੇ ਉਹਨਾਂ ਦੀਆਂ ਰਚਨਾਵਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ। ਅਵਤਾਰ ਸਿੰਘ ਬਿਲਿੰਗ, ਮੌਤ ਦੇ ਸਾਈਂ ਹੇਠ, ਬਲਦੇਵ ਧਾਲੀਵਾਲ ਦਾ ਲਿਖਿਆ ਹੈ ਜੀ ਓਪਰੀ ਹਵਾ, ਕਾਰਗਿਲ, ਸੁਖਜੀਤ ਦਾ ਲਿਖਿਆ ਹੈ ਜੀ ਅੰਤਰਾ, ਬਲਜੀਤ ਰੈਣਾ ਦਾ ਲਿਖਿਆ ਹੈ ਮਿੱਠੀ ਮਿੱਠੀ ਚੋਭ, ਅਜੀਬ ਆਦਮੀ, ਗੁਰਮੀਤ ਘੜਿਆਲਵੀ ਦਾ ਹੈ ਜੀ ਅੱਕ ਦਾ ਬੂਟਾ, ਤਲਵਿੰਦਰ ਸਿੰਘ ਦਾ ਲਿਖਿਆ ਹੋਇਆ ਹੈ ਜੀ ਕਹਾਣੀ ਜਲਧਾਰਾ, ਕੁਲਵੰਤ ਗਿੱਲ ਦੇ ਦਾਦੇ ਮੰਗਾਉਣਾ, ਸੁਰਜੀਤ ਬਰਾੜ ਦਾ ਮਕਾਨ, ਪਰਮਜੀਤ ਮਾਨ ਦਾ ਲਿਖਿਆ ਹੋਇਆ ਸਮੁੰਦਰ ਦਾ ਆਦਮੀ ਆਦਿ ਅਤੇ ਹੋਰ ਵੀ ਬਹੁਤ ਸਾਰੇ ਨਾਮ ਪੰਜਾਬੀ ਨਿੱਕੀ ਕਹਾਣੀ ਦੇ ਇਤਿਹਾਸ ਵਿੱਚ ਆਪਣਾ ਸਥਾਨ ਬਣਾ ਚੁੱਕੇ ਹਨ। ਹਰਪਾਲ ਲਖੀਆ, ਪ੍ਰੀਤਮ ਸਿੰਘ ਅਤੇ ਸਰਦਾਰ ਕਿਸ਼ਨ ਸਿੰਘ ਰਾਜਸਥਾਨ ਵਿੱਚ ਪੰਜਾਬੀ ਕਹਾਣੀ ਲਿਖ ਕੇ ਕਹਾਣੀ ਸਾਹਿਤ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਪਰੋਕਤ ਲਿਖੇ ਅਨੁਸਾਰ ਅਸੀਂ ਆਖ ਸਕਦੇ ਹਾਂ ਕਿ ਪੰਜਾਬੀ ਕਹਾਣੀ ਨੇ ਵਿਸ਼ਵ ਪੱਧਰ 'ਤੇ ਆਪਣੀ ਪਹਿਚਾਣ ਬਣਾ ਲਈ ਹੈ। ਇਹੀ ਇਸ ਦੀ ਲੋਕਪ੍ਰਿਅਤਾ ਦਾ ਸਬੂਤ ਹੈ। ਪੰਜਾਬੀ ਕਹਾਣੀ ਸਭ ਤੋਂ ਵੱਧ ਲਿਖੀ ਅਤੇ ਪੜ੍ਹੀ ਜਾਣ ਵਾਲਾ ਸਾਹਿਤਕ ਵਿਧਾ ਹੈ। ਇਹ ਸੀ ਆਪਣਾ ਪੰਜਾਬੀ ਸਾਹਿਤ ਦਾ ਤੀਜਾ ਇਤਿਹਾਸ, ਪੰਜਾਬੀ ਨਿੱਕੀ ਕਹਾਣੀ ਦਾ ਇਤਿਹਾਸ, ਜੋ ਕਿ ਆਪਣਾ ਪੂਰਾ ਹੋ ਗਿਆ ਹੈ। ਹੁਣ ਇਸ ਦਾ ਆਪਣਾ ਇੱਕ ਲਾਸਟ ਬਿੰਦੂ ਰਹਿ ਗਿਆ ਹੈ। ਉਸ ਤੋਂ ਬਾਅਦ ਆਪਾਂ ਨਵਾਂ ਵਿਸ਼ਾ ਸ਼ੁਰੂ ਕਰਾਂਗੇ। ਉਹਨੇ ਤੁਸੀਂ ਇੰਨੇ ਨੋਟਸ ਤਿਆਰ ਕਰ ਲਓ। ਧੰਨਵਾਦ।